ਹੈਲੋ ਸਟੂਡੈਂਟਸ, ਗੁੱਡ ਮਾਰਨਿੰਗ एवरीवन। ਹਾਂਜੀ ਪਿਆਰੇ ਵਿਦਿਆਰਥੀਓ, ਫਸਟ ਵੀਡੀਓ ਵਿੱਚ ਆਪਾਂ ਨੇ ਲੈਂਗੁਏਜ ਬੁੱਕ ਦਾ ਫਸਟ ਚੈਪਟਰ ਬੋਲੀ ਜਾਂ ਭਾਸ਼ਾ ਬਾਰੇ ਪੜ੍ਹਿਆ ਸੀ ਕਿ ਬੋਲੀ ਦੀ ਉਤਪਤੀ ਕਿਵੇਂ ਹੋਈ। ਬੋਲੀ ਦੀ ਉਤਪਤੀ ਕਿਵੇਂ ਹੋਈ ਕਿ ਪੁਰਾਣੇ ਸਮੇਂ ਵਿੱਚ, ਪਹਿਲਾਂ ਦੇ ਸਮੇਂ ਵਿੱਚ ਮਨੁੱਖ ਨੂੰ ਗੱਲਬਾਤ ਕਰਨ ਦਾ ਕੋਈ ਤਰੀਕਾ ਜਾਂ ਢੰਗ ਨਹੀਂ ਸੀ ਪਤਾ। ਉਹ ਬੋਲੀ ਬਾਰੇ, ਭਾਸ਼ਾ ਬਾਰੇ ਉਸਨੂੰ ਕੋਈ ਵੀ ਗਿਆਨ ਨਹੀਂ ਸੀ। ਤਾਂ ਉਸ ਸਮੇਂ ਦੇ ਵਿੱਚ ਇੱਕ ਵਿਅਕਤੀ ਦੂਸਰੇ ਵਿਅਕਤੀ ਨਾਲ ਆਪਣੇ ਵਿਚਾਰਾਂ ਨੂੰ, ਆਪਣੀ ਗੱਲਬਾਤ ਨੂੰ ਕਿਵੇਂ ਸਾਂਝੀ ਕਰਦਾ ਸੀ। ਉਹ ਚੀਕਾਂ ਕੂਕਾਂ ਰਾਹੀਂ ਆਪਣੀ ਗੱਲਬਾਤ ਨੂੰ ਦੱਸਦਾ ਸੀ ਜਾਂ ਸੰਕੇਤਾਂ ਜਾਂ ਇਸ਼ਾਰਿਆਂ ਦੁਆਰਾ ਆਪਣੀ ਗੱਲਬਾਤ ਨੂੰ ਦੂਜੇ ਵਿਅਕਤੀ ਤੱਕ ਪਹੁੰਚਾਉਂਦਾ ਸੀ। ਇਹੀ ਜਿਹੜੀਆਂ ਉਹਦੀਆਂ ਕੂਕਾਂ ਸੀ, ਚੀਕਾਂ ਸੀ, ਇਹੀ ਬੋਲੀ ਦਾ ਰੂਪ ਧਾਰਨ ਕਰ ਗਈਆਂ ਸੀ। ਉਸ ਤੋਂ ਬਾਅਦ ਆਪਾਂ ਨੇ ਪੜ੍ਹਿਆ ਸੀ ਕਿ ਬੋਲੀ ਜਾਂ ਭਾਸ਼ਾ ਕਿਸ ਨੂੰ ਕਹਿੰਦੇ ਹਨ, ਕਿ ਕੋਈ ਵੀ ਵਿਅਕਤੀ ਆਪਣੇ ਮਨ ਦੇ ਵਿਚਾਰਾਂ ਨੂੰ ਦੂਸਰਿਆਂ ਤੱਕ ਪਹੁੰਚਾਉਣ ਲਈ ਉਹ ਕਿਸ ਚੀਜ਼ ਦੀ ਵਰਤੋਂ ਕਰਦਾ ਸੀ। ਉਹ ਜਾਂ ਤਾਂ ਬੋਲ ਕੇ ਦੱਸਦਾ ਸੀ ਜਾਂ ਉਹ ਲਿਖਤੀ ਰੂਪ ਵਿੱਚ ਦੱਸਦਾ ਸੀ। ਇਸ ਨੂੰ ਅਸੀਂ ਬੋਲੀ ਦਾ ਨਾਮ ਦਿੰਦੇ ਹਾਂ ਕਿ ਬੋਲੀ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਮਨ ਦੇ ਵਿਚਾਰਾਂ ਨੂੰ ਦੂਸਰੇ ਵਿਅਕਤੀ ਨਾਲ ਬੋਲ ਕੇ ਜਾਂ ਲਿਖ ਕੇ ਆਪਣੇ ਵਿਚਾਰਾਂ ਨੂੰ ਸਾਂਝੇ ਕਰਦਾ ਹੈ। ਇਸ ਨੂੰ ਅਸੀਂ ਬੋਲੀ ਜਾਂ ਭਾਸ਼ਾ ਕਹਿੰਦੇ ਹਾਂ। ਬੋਲੀ ਦੀਆਂ ਕਿਸਮਾਂ। ਬੋਲੀ ਦੋ ਕਿਸਮ ਦੀ ਹੁੰਦੀ ਹੈ, ਬੋਲਚਾਲ ਦੀ ਭਾਸ਼ਾ ਅਤੇ ਲਿਖਤੀ ਭਾਸ਼ਾ। ਬੋਲਚਾਲ ਦੀ ਭਾਸ਼ਾ ਨੂੰ ਅਸੀਂ ਮੌਖਿਕ ਭਾਸ਼ਾ ਵੀ ਕਹਿੰਦੇ ਹਾਂ। ਇਹ ਕਿਹੋ ਜਿਹੀ ਭਾਸ਼ਾ ਹੁੰਦੀ ਹੈ? ਇਹ ਇੱਕ ਅਸ਼ੁੱਧ ਭਾਸ਼ਾ ਹੈ ਜਿਹੜੀ ਗੱਲਬਾਤ ਕਰਨ ਸਮੇਂ ਇੱਕ ਵਿਅਕਤੀ ਆਪਣੇ ਮਨ ਦੇ ਵਿਚਾਰਾਂ ਨੂੰ ਦੂਸਰੇ ਵਿਅਕਤੀ ਨਾਲ ਬੋਲ ਕੇ ਸਾਂਝੇ ਕਰਦਾ ਹੈ। ਇਸ ਭਾਸ਼ਾ ਨੂੰ ਅਸ਼ੁੱਧ ਕਿਉਂ ਸਮਝਿਆ ਜਾਂਦਾ ਹੈ? ਕਿਉਂਕਿ ਅਸੀਂ ਬੋਲਦੇ ਸਮੇਂ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ ਅਤੇ ਇਸ ਵਿੱਚ ਕੋਈ ਵਿਆਕਰਨਿਕ ਨਿਯਮਾਂ ਦੀ ਪਾਲਣਾ ਅਸੀਂ ਨਹੀਂ ਕਰਦੇ। ਸੈਕਿੰਡ, ਲਿਖਤੀ ਜਾਂ ਸਾਹਿਤਿਕ ਜਾਂ ਟਕਸਾਲੀ ਭਾਸ਼ਾ। ਇਸ ਭਾਸ਼ਾ ਨੂੰ ਸ਼ੁੱਧ ਭਾਸ਼ਾ ਕਿਹਾ ਜਾਂਦਾ ਹੈ ਕਿਉਂਕਿ ਇਹ ਭਾਸ਼ਾ ਵਿਆਕਰਨਿਕ ਨਿਯਮਾਂ ਵਿੱਚ ਵੱਜੀ ਹੋਈ ਹੁੰਦੀ ਹੈ ਅਤੇ ਇੱਕ ਵਿਅਕਤੀ ਆਪਣੇ ਮਨ ਦੇ ਵਿਚਾਰਾਂ ਨੂੰ, ਭਾਵਾਂ ਨੂੰ ਲਿਖਤੀ ਰੂਪ ਵਿੱਚ ਦੂਜੇ ਵਿਅਕਤੀ ਨਾਲ ਸਾਂਝੇ ਕਰਦਾ ਹੈ। ਉਸ ਤੋਂ ਬਾਅਦ ਅਸੀਂ ਪੜ੍ਹਿਆ ਸੀ ਉਪਭਾਸ਼ਾ ਬਾਰੇ ਕਿ ਉਪਭਾਸ਼ਾ ਕਿਹੜੀ ਭਾਸ਼ਾ ਵਿੱਚੋਂ ਪੈਦਾ ਹੋਈ ਹੈ। ਉਪਭਾਸ਼ਾ ਬੋਲਚਾਲ ਦੀ ਭਾਸ਼ਾ ਵਿੱਚੋਂ ਪੈਦਾ ਹੋਈ ਹੈ। ਕਿਸੇ ਕੇਂਦਰੀ ਭਾਸ਼ਾ ਦੇ ਅਧੀਨ ਖਾਸ ਇਲਾਕੇ ਵਿੱਚ, ਵੱਖ-ਵੱਖ ਇਲਾਕਿਆਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਅਸੀਂ ਉਪਭਾਸ਼ਾ ਕਹਿੰਦੇ ਹਾਂ। ਕਿਉਂਕਿ ਪਹਿਲਾਂ ਸਮੇਂ ਵਿੱਚ ਆਵਾਜਾਈ ਦੇ ਸਾਧਨਾਂ ਦੀ ਬਹੁਤ ਕਮੀ ਹੁੰਦੀ ਸੀ ਔਰ ਲੋਕ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਿਲਣ ਲਈ ਜਾਂ ਤਾਂ ਪੈਦਲ ਜਾਂਦੇ ਸੀ ਜਾਂ ਬੈਲ ਗੱਡੀਆਂ ਦੀ ਸਵਾਰੀ ਕਰਦੇ ਸੀ। ਤਾਂ ਲੋਕਾਂ ਨੂੰ ਇੱਕ ਦੂਜੇ ਨੂੰ ਮਿਲਣ ਲਈ ਕਾਫੀ ਦਿਨ ਲੱਗ ਜਾਂਦੇ ਸੀ, ਪਹੁੰਚਣ ਲਈ ਕਾਫੀ ਦਿਨ ਲੱਗ ਜਾਂਦੇ ਸੀ। ਤਾਂ ਉਸ ਸਮੇਂ ਲੋਕ ਆਪਣੇ ਹਿਸਾਬ ਨਾਲ ਹੀ ਕੁਝ ਸ਼ਬਦ ਬੋਲਦੇ ਸੀ, ਬਣਾ ਲੈਂਦੇ ਸੀ। ਤਾਂ ਜੋ ਪੰਜਾਬੀ ਬੋਲੀ ਦੀ ਉਪਭਾਸ਼ਾ ਹੈ ਤਾਂ ਉਸ ਸਮੇਂ ਉਹ ਰੂਪ ਧਾਰਨ ਕਰ ਗਈ ਸੀ। ਵੈਸੇ ਸਾਡੇ ਪੰਜਾਬ ਵਿੱਚ 8 ਬੋਲੀਆਂ, ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ। ਦੁਆਬੀ, ਮਲਵਈ, ਮਾਝੀ, ਪੁਆਧੀ, ਪੋਠੋਹਾਰੀ, ਮੁਲਤਾਨੀ, ਡੋਗਰੀ ਅਤੇ ਪਟਿਆਲੀ। ਪਰ ਮੌਜੂਦਾ ਪੰਜਾਬ ਵਿੱਚ ਸਾਡੇ 4 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਦੁਆਬੀ, ਮਲਵਈ, ਮਾਝੀ ਅਤੇ ਪੁਆਧੀ। ਹਰੇਕ ਇਲਾਕੇ ਦੀ ਆਪਣੀ ਉਪਭਾਸ਼ਾ ਹੈ। ਉਪਭਾਸ਼ਾਵਾਂ ਸਾਰੀਆਂ ਇੱਕੋ ਜਿਹੀਆਂ ਨੇ ਪਰ ਇਹਨਾਂ ਵਿੱਚ ਕੁਝ ਸ਼ਬਦਾਂ ਦਾ ਫਰਕ ਹੈ। ਹਰੇਕ ਇਲਾਕੇ ਦੇ ਲੋਕ ਆਪਣੇ ਆਪਣੇ ਸ਼ਬਦਾਂ ਦੀ ਵਰਤੋਂ ਕਰਦੇ ਨੇ ਤਾਂ ਉਸ ਇਲਾਕੇ ਨੂੰ ਉਪਭਾਸ਼ਾ ਦਾ ਨਾਮ ਦਿੱਤਾ ਗਿਆ ਹੈ। ਮੁਲਤਾਨੀ ਅਤੇ ਪੋਠੋਹਾਰੀ ਇਹ ਸਾਡੀਆਂ ਪਾਕਿਸਤਾਨੀ ਪੰਜਾਬ ਦੀਆਂ ਉਪਭਾਸ਼ਾਵਾਂ ਹਨ। ਉਸ ਤੋਂ ਬਾਅਦ ਪੜ੍ਹਿਆ ਸੀ ਭਾਰਤ ਦੀਆਂ ਪ੍ਰਚਲਿਤ ਭਾਸ਼ਾਵਾਂ ਕਿ ਭਾਰਤੀ ਸੰਵਿਧਾਨ ਨੇ ਭਾਰਤ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੈ। ਉਹ ਕਿਹੜੀਆਂ ਭਾਸ਼ਾਵਾਂ ਹਨ? ਪੰਜਾਬੀ, ਹਿੰਦੀ, ਸੰਸਕ੍ਰਿਤ, ਕਸ਼ਮੀਰੀ, ਉਰਦੂ, ਤੇਲਗੂ, ਅਸਾਮੀ, ਮਲਿਆਲਮ, ਗੁਜਰਾਤੀ, ਤਾਮਿਲ, ਮਰਾਠੀ, ਕੰਨੜ, ਬੰਗਾਲੀ, ਉੜੀਆ, ਸਿੰਧੀ, ਨੇਪਾਲੀ, ਕੋਂਕਣੀ, ਮਣੀਪੁਰੀ, ਡੋਗਰੀ, ਬੋਡੋ, ਮੈਥਲੀ, ਸੰਤਲੀ ਆਦਿ। ਇਹ 22 ਭਾਸ਼ਾਵਾਂ ਨੇ ਜਿਨ੍ਹਾਂ ਨੂੰ ਭਾਰਤੀ ਸੰਵਿਧਾਨ ਵੱਲੋਂ ਮਾਨਤਾ ਮਿਲੀ ਹੈ। ਨੈਕਸਟ ਪੜ੍ਹਿਆ ਸੀ ਪੰਜਾਬ ਦੀਆਂ ਭਾਸ਼ਾਵਾਂ ਕਿ ਪੰਜਾਬ ਵਿੱਚ 3 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ। ਇਹਨਾਂ 3 ਭਾਸ਼ਾਵਾਂ ਤੋਂ ਬਿਨਾਂ ਪੰਜਾਬ ਦੇ ਕੁਝ ਇਲਾਕਿਆਂ ਵਿੱਚ 2 ਹੋਰ ਭਾਸ਼ਾਵਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਲਿਖਤੀ ਰੂਪ ਵਿੱਚ ਅਤੇ ਬੋਲਚਾਲ ਦੇ ਰੂਪ ਵਿੱਚ। ਉਹਨਾਂ ਭਾਸ਼ਾਵਾਂ ਦੇ ਨਾਮ ਹਨ ਉਰਦੂ ਅਤੇ ਸੰਸਕ੍ਰਿਤ। ਇਹਨਾਂ ਦੋਨਾਂ ਭਾਸ਼ਾਵਾਂ ਨੂੰ ਵਾਧੂ ਵਿਸ਼ੇ ਦੇ ਤੌਰ 'ਤੇ ਵੀ ਪੜ੍ਹਿਆ ਜਾਂਦਾ ਹੈ। ਪੰਜਾਬੀ ਕੀ ਹੈ ਕਿ ਸਾਡੀ ਮਾਤ ਭਾਸ਼ਾ ਅਖਵਾਉਂਦੀ ਹੈ। ਮਾਤ ਭਾਸ਼ਾ ਕੀ ਹੁੰਦੀ ਹੈ ਕਿ ਜੋ ਬੱਚਾ ਆਪਣੀ ਮਾਂ ਤੋਂ ਜਨਮ ਸਮੇਂ ਸਿੱਖਦਾ ਹੈ। ਹਿੰਦੀ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਹਿੰਦੀ ਭਾਸ਼ਾ ਨੂੰ ਵੀ ਪੰਜਾਬ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਅੰਗਰੇਜ਼ੀ ਸਾਡੀ ਅੰਤਰਰਾਸ਼ਟਰੀ ਭਾਸ਼ਾ ਹੈ ਕਿ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਸੰਬੰਧ ਕਾਇਮ ਰੱਖਣ ਲਈ
ਕਾਇਮ ਰੱਖਣ ਲਈ ਸਾਨੂੰ ਅੰਗਰੇਜ਼ੀ ਭਾਸ਼ਾ ਦੀ ਸਿੱਖਣ ਦੀ ਲੋੜ ਹੀ ਪੈਂਦੀ ਹੈ। ਇਹ ਸੀ ਸਾਡਾ ਫਸਟ ਚੈਪਟਰ ਲੈਂਗੁਏਜ ਬੁੱਕ ਦਾ, ਬੋਲੀ ਜਾਂ ਭਾਸ਼ਾ। ਹੁਣ ਅਸੀਂ ਇਸ ਤੋਂ ਬਾਅਦ ਇਸ ਦਾ ਬੁੱਕ ਵਰਕ ਕਰਾਂਗੇ। ਫਸਟ ਕੁਐਸਚਨ ਹੈ ਬਹੁ ਵਿਕਲਪੀ ਪ੍ਰਸ਼ਨ। ਬਹੁ ਵਿਕਲਪੀ ਪ੍ਰਸ਼ਨ ਨੂੰ ਅਸੀਂ ਇੰਗਲਿਸ਼ ਵਿੱਚ ਮਲਟੀਪਲ ਕੁਐਸਚਨਸ ਜਾਂ MCQ ਵੀ ਕਹਿੰਦੇ ਹਾਂ। ਤਾਂ ਸਾਡਾ ਫਸਟ ਕੁਐਸਚਨ ਆ, ਕਿਹੜੀ ਭਾਸ਼ਾ ਸ਼ੁੱਧ ਭਾਸ਼ਾ ਹੁੰਦੀ ਹੈ? ਆਲਰੇਡੀ ਆਪਾਂ ਨੇ ਪੜ੍ਹਿਆ ਹੈ ਕਿ ਅਸੀਂ ਲਿਖਤੀ ਭਾਸ਼ਾ ਨੂੰ, ਸਾਹਿਤਕ ਭਾਸ਼ਾ ਨੂੰ, ਟਕਸਾਲੀ ਭਾਸ਼ਾ ਨੂੰ ਸ਼ੁੱਧ ਮੰਨਦੇ ਹਾਂ। ਤਾਂ ਇਸ ਦਾ ਆਨਸਰ ਆਏਗਾ ਟਕਸਾਲੀ ਭਾਸ਼ਾ। ਜੇਕਰ ਟਕਸਾਲੀ ਭਾਸ਼ਾ ਦੀ ਥਾਂ 'ਤੇ ਇੱਥੇ ਆਪਸ਼ਨ ਲਿਖਤੀ ਜਾਂ ਸਾਹਿਤਕ ਭਾਸ਼ਾ ਹੁੰਦਾ ਤਾਂ ਅਸੀਂ ਉਸ ਨੂੰ ਸਹੀ ਆਨਸਰ ਦੇਣਾ। ਸੈਕਿੰਡ, ਜਲੰਧਰ ਕਪੂਰਥਲਾ ਜ਼ਿਲ੍ਹਿਆਂ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ? ਦੁਆਬੀ। ਲੁਧਿਆਣਾ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਕਿਹੜੀ ਉਪਭਾਸ਼ਾ ਪ੍ਰਚਲਿਤ ਹੈ? ਮਲਵਈ। ਭਾਰਤੀ ਸੰਵਿਧਾਨ ਨੇ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੈ? 22। ਅੰਗਰੇਜ਼ੀ ਭਾਸ਼ਾ ਪੰਜਾਬ ਦੀ ਕਿਹੜੀ ਭਾਸ਼ਾ ਹੈ? ਅੰਤਰਰਾਸ਼ਟਰੀ। ਉਸ ਤੋਂ ਬਾਅਦ ਕੁਐਸਚਨ ਹੈ, ਹਿੰਦੀ ਭਾਰਤ ਦੀ ਕਿਹੜੀ ਭਾਸ਼ਾ ਅਖਵਾਉਂਦੀ ਹੈ? ਰਾਸ਼ਟਰੀ ਭਾਸ਼ਾ। ਹਿੰਦੀ ਭਾਸ਼ਾ ਨੂੰ ਅਸੀਂ ਰਾਸ਼ਟਰੀ ਭਾਸ਼ਾ ਕਹਿੰਦੇ ਹਾਂ। ਮਾਤ ਭਾਸ਼ਾ ਜਨਮ ਸਮੇਂ ਬੱਚਾ ਕਿਸ ਕੋਲੋਂ ਸਿੱਖਦਾ ਹੈ? ਮਾਂ ਕੋਲੋਂ। ਪੰਜਾਬੀ ਪੰਜਾਬੀਆਂ ਦੀ ਕਿਹੜੀ ਭਾਸ਼ਾ ਅਖਵਾਉਂਦੀ ਹੈ? ਮਾਤ ਭਾਸ਼ਾ। ਉਸ ਤੋਂ ਬਾਅਦ ਹੈ ਫਿਫਥ ਕੁਐਸਚਨ, ਖਾਲੀ ਥਾਵਾਂ ਭਰੋ। ਤੁਹਾਨੂੰ 5 ਆਪਸ਼ਨਸ ਦਿੱਤੇ ਨੇ ਉੱਪਰ, ਦੁਆਬੀ, ਮਲਵਈ, ਮਿਆਰੀ, ਵਾਧੂ ਅਤੇ ਰਾਜ। ਲਿਖਤੀ ਭਾਸ਼ਾ ਸ਼ੁੱਧ ਅਤੇ ਡੈਸ਼ ਭਾਸ਼ਾ ਹੁੰਦੀ ਹੈ? ਮਿਆਰੀ ਭਾਸ਼ਾ ਹੁੰਦੀ ਹੈ। ਪੰਜਾਬੀ ਪੰਜਾਬ ਪ੍ਰਾਂਤ ਦੀ ਡੈਸ਼ ਭਾਸ਼ਾ ਅਖਵਾਉਂਦੀ ਹੈ? ਰਾਜ ਭਾਸ਼ਾ। ਕਪੂਰਥਲਾ ਜ਼ਿਲ੍ਹੇ ਵਿੱਚ ਡੈਸ਼ ਉਪਭਾਸ਼ਾ ਪ੍ਰਚਲਿਤ ਹੈ? ਦੁਆਬੀ। ਜਲੰਧਰ ਕਪੂਰਥਲਾ ਇਲਾਕੇ ਵਿੱਚ ਕਿਹੜੀ ਬੋਲੀ ਜਾਂਦੀ ਹੈ? ਦੁਆਬੀ ਉਪਭਾਸ਼ਾ। ਨੈਕਸਟ ਕੁਐਸਚਨ ਹੈ, ਮੋਗਾ ਅਤੇ ਬਰਨਾਲਾ ਜ਼ਿਲ੍ਹੇ ਵਿੱਚ ਡੈਸ਼ ਉਪਭਾਸ਼ਾ ਬੋਲੀ ਜਾਂਦੀ ਹੈ? ਮਲਵਈ। ਸੰਸਕ੍ਰਿਤ ਡੈਸ਼ ਵਿਸ਼ੇ ਦੇ ਤੌਰ 'ਤੇ ਪੜ੍ਹਾਈ ਜਾਂਦੀ ਹੈ? ਵਾਧੂ ਵਿਸ਼ੇ ਦੇ ਤੌਰ 'ਤੇ। ਸਿਕਸਥ ਕੁਐਸਚਨ ਹੈ, ਹੇਠ ਦਿੱਤੀਆਂ ਭਾਸ਼ਾਵਾਂ ਨੂੰ ਉਹਨਾਂ ਦੇ ਰਾਜਾਂ ਨਾਲ ਮੇਲੋ। ਤਾਂ ਤੁਸੀਂ ਪਹਿਲਾਂ A ਕਾਲਮ ਦੇ ਵਿੱਚ 1 to 8 ਦੀ ਕਾਊਂਟਿੰਗ ਕਰੋਗੇ, 1 2 3 4 5 6 7 8। ਨੈਕਸਟ ਜੋ ਉਹਨਾਂ ਦੀਆਂ ਸਟੇਟਸ ਨੇ, ਰਾਜ ਨੇ, ਉਹਨਾਂ ਦੇ ਵਿੱਚ ਵੀ ਤੁਸੀਂ ਉਹਨਾਂ ਨੂੰ ਉਸ ਕਾਊਂਟਿੰਗ ਦੇ ਅਕੋਰਡਿੰਗ ਮੈਚ ਕਰੋਗੇ। ਮਰਾਠੀ ਮਹਾਰਾਸ਼ਟਰ ਵਿੱਚ, ਕੰਨੜ ਕਰਨਾਟਕਾ, ਅਸਾਮੀ ਅਸਾਮ, ਗੁਜਰਾਤੀ ਗੁਜਰਾਤ, ਤਾਮਿਲ ਤਾਮਿਲਨਾਡੂ, ਕਸ਼ਮੀਰੀ ਆਂਧਰਾ ਪ੍ਰਦੇਸ਼, ਕਸ਼ਮੀਰੀ ਆਂਧਰਾ ਪ੍ਰਦੇਸ਼, ਤੇਲਗੂ ਆਂਧਰਾ ਪ੍ਰਦੇਸ਼, ਕਸ਼ਮੀਰੀ ਜੰਮੂ ਕਸ਼ਮੀਰ, ਮਲਿਆਲਮ ਕੇਰਲਾ। ਇਹ ਸੀ ਸਾਡੀਆਂ ਭਾਸ਼ਾਵਾਂ ਅਤੇ ਉਹਨਾਂ ਦੇ ਰਾਜ। 7th ਕੁਐਸਚਨ ਹੈ, ਹੇਠ ਦਿੱਤੀਆਂ ਉਪਭਾਸ਼ਾਵਾਂ ਨੂੰ ਉਹਨਾਂ ਦੇ ਇਲਾਕਿਆਂ ਨਾਲ ਮਿਲੋ। ਇਹ ਵੀ ਤੁਸੀਂ 1 to 6 ਪਹਿਲਾਂ ਉਪਭਾਸ਼ਾਵਾਂ ਨੂੰ ਕਾਊਂਟਿੰਗ ਦੇਣੀ ਹੈ, ਫਿਰ ਉਹਨਾਂ ਦੇ ਆਨਸਰ ਕਾਊਂਟਿੰਗ ਦੇ ਵਿੱਚ ਦੇਣੀ ਹੈ। ਦੁਆਬੀ ਉਪਭਾਸ਼ਾ ਕਿੱਥੇ ਬੋਲੀ ਜਾਂਦੀ ਹੈ? ਜਲੰਧਰ ਕਪੂਰਥਲਾ। ਸੈਕਿੰਡ, ਮਲਵਈ। ਮਲਵਈ ਦੇ ਕਿਹੜੇ ਜ਼ਿਲ੍ਹੇ ਨੇ? ਬਠਿੰਡਾ ਲੁਧਿਆਣਾ। ਪੁਆਧੀ ਦੇ ਕਿਹੜੇ ਜ਼ਿਲ੍ਹੇ ਨੇ? ਰੋਪੜ ਅਤੇ ਮੋਹਾਲੀ। ਮਾਝੀ ਦੇ ਕਿਹੜੇ ਇਲਾਕੇ ਨੇ, ਜ਼ਿਲ੍ਹੇ ਨੇ? ਅੰਮ੍ਰਿਤਸਰ ਤਰਨਤਾਰਨ। ਪੋਠੋਹਾਰੀ ਪਾਕਿਸਤਾਨ, ਮੁਲਤਾਨੀ ਪਾਕਿਸਤਾਨ। ਇਹ ਸੀ ਸਾਡਾ ਬੁੱਕ ਵਰਕ। ਨੈਕਸਟ ਅਸੀਂ ਕਰਦੇ ਹਾਂ ਕੁਐਸਚਨ ਆਨਸਰ। ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ 2-4 ਸ਼ਬਦਾਂ ਵਿੱਚ ਲਿਖੋ। ਸ਼ਾਰਟ ਕੁਐਸਚਨ ਆਨਸਰ ਨੇ। ਫਸਟ ਕੁਐਸਚਨ ਹੈ, ਬੋਲੀ ਕਾਹਦਾ ਸਾਧਨ ਹੈ? ਬੋਲੀ ਕਾਹਦਾ ਸਾਧਨ ਹੈ? ਮਨ ਦੇ ਭਾਵ ਦੂਸਰਿਆਂ ਤੱਕ ਪਹੁੰਚਾਉਣ ਦਾ। ਬੋਲੀ ਦੀਆਂ ਕਿਸਮਾਂ 2 ਕਿਸਮਾਂ ਹੁੰਦੀਆਂ ਹਨ, ਬੋਲਚਾਲ ਦੀ ਬੋਲੀ ਅਤੇ ਲਿਖਤੀ ਬੋਲੀ। ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾਂ ਦੇ ਨਾਂ ਲਿਖੋ। ਦੁਆਬੀ, ਮਲਵਈ, ਮਾਝੀ, ਦੁਆਬੀ, ਪੋਠੋਹਾਰੀ, ਮੁਲਤਾਨੀ ਜਾਂ ਲਹਿੰਦੀ। ਦੁਆਬੀ ਉਪਭਾਸ਼ਾ ਦੇ ਜ਼ਿਲ੍ਹਿਆਂ ਦੇ ਨਾਮ ਲਿਖੋ। ਜਲੰਧਰ, ਕਪੂਰਥਲਾ, ਹੁਸ਼ਿਆਰਪੁਰ। ਮਾਝੀ ਉਪਭਾਸ਼ਾ ਦੇ ਜ਼ਿਲ੍ਹਿਆਂ ਦੇ ਨਾਮ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ। ਮਲਵਈ ਉਪਭਾਸ਼ਾ ਦੇ 4 ਜ਼ਿਲ੍ਹੇ ਬਠਿੰਡਾ, ਮੁਕਤਸਰ, ਮਾਨਸਾ, ਫਿਰੋਜ਼ਪੁਰ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ। ਭਾਰਤ ਵਿੱਚ ਬੋਲੀਆਂ ਜਾਂਦੀਆਂ 4 ਭਾਸ਼ਾਵਾਂ ਦੇ ਨਾਮ ਪੰਜਾਬੀ, ਹਿੰਦੀ, ਸੰਸਕ੍ਰਿਤ, ਉਰਦੂ ਅਤੇ ਗੁਜਰਾਤੀ। ਪੰਜਾਬੀ ਪੰਜਾਬੀਆਂ ਦੀ ਮਾਤ ਭਾਸ਼ਾ ਕਿਉਂ ਹੈ? ਕਿਉਂਕਿ ਇਹ ਬਹੁਤ ਮਿੱਠੀ ਅਤੇ ਮਿਆਰੀ ਭਾਸ਼ਾ ਹੈ। ਭਾਰਤ ਦੀ ਰਾਸ਼ਟਰੀ ਭਾਸ਼ਾ ਕਿਹੜੀ ਹੈ? ਹਿੰਦੀ। ਇਹ ਸੀ ਸਾਡੇ ਸ਼ਾਰਟ ਕੁਐਸਚਨ ਆਨਸਰ। ਨੈਕਸਟ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਸੰਖੇਪ ਵਿੱਚ ਲਿਖੋ। 2-3 ਲਾਈਨਸ ਦੇ ਵਿੱਚ ਕੁਐਸਚਨ ਦੇ ਆਨਸਰ ਦੇਣੇ ਆ। ਫਸਟ ਕੁਐਸਚਨ ਹੈ, ਬੋਲੀ ਕਿਸ ਨੂੰ ਆਖਦੇ ਹਨ? ਇਹ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਬੋਲੀ ਕਿਸ ਨੂੰ ਆਖਦੇ ਹੈ ਕਿ ਇੱਕ ਵਿਅਕਤੀ ਆਪਣੇ ਮਨ ਦੇ ਵਿਚਾਰਾਂ ਨੂੰ ਦੂਸਰੇ ਤੱਕ ਪਹੁੰਚਾਉਂਦਾ, ਅਸੀਂ ਇਸ ਨੂੰ ਬੋਲੀ
ਕਹਿੰਦੇ ਹਾਂ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ, ਬੋਲਚਾਲ ਦੀ ਬੋਲੀ ਅਤੇ ਲਿਖਤੀ ਬੋਲੀ। ਸੈਕਿੰਡ ਕੁਐਸਚਨ ਹੈ ਲਿਖਤੀ ਭਾਸ਼ਾ ਕੀ ਹੁੰਦੀ ਹੈ? ਲਿਖਤੀ ਭਾਸ਼ਾ ਇੱਕ ਸ਼ੁੱਧ ਅਤੇ ਮਿਆਰੀ ਭਾਸ਼ਾ ਹੁੰਦੀ ਹੈ। ਇਸ ਰਾਹੀਂ ਅਸੀਂ ਅਖਬਾਰਾਂ ਤੇ ਕਿਤਾਬਾਂ ਛਪਦੀਆਂ ਨੇ। ਉਪਭਾਸ਼ਾ ਕੀ ਹੁੰਦੀ ਹੈ? ਕਿਵੇਂ ਪੈਦਾ ਹੁੰਦੀ ਹੈ? ਕੀ ਹੁੰਦੀ ਹੈ ਕਿ ਕਿਸੇ ਕੇਂਦਰੀ ਭਾਸ਼ਾ ਦੇ ਅਧੀਨ ਵੱਖ-ਵੱਖ ਇਲਾਕਿਆਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਉਪਭਾਸ਼ਾ ਕਹਿੰਦੇ ਹਨ। ਪੰਜਾਬ ਵਿੱਚ ਆਵਾਜਾਈ ਦੇ ਸਾਧਨਾਂ ਦੀ ਕਮੀ ਸੀ ਅਤੇ ਕੁਝ ਭੂਗੋਲਿਕ ਕਾਰਨਾਂ ਕਰਕੇ ਵੱਖ-ਵੱਖ ਇਲਾਕਿਆਂ ਵਿੱਚ ਕੁਝ ਖਾਸ ਕਿਸਮ ਦੇ ਸ਼ਬਦ ਪ੍ਰਚਲਿਤ ਹੁੰਦੇ ਗਏ। ਲੋਕਾਂ ਨੇ ਆਪਣੇ ਹਿਸਾਬ ਨਾਲ ਕੁਝ ਸ਼ਬਦਾਂ ਨੂੰ ਬਣਾਇਆ ਜੋ ਪੰਜਾਬੀ ਬੋਲੀ ਦੀ ਉਪਭਾਸ਼ਾ ਦਾ ਰੂਪ ਧਾਰਨ ਕਰ ਗਏ। ਮਲਵਈ ਉਪਭਾਸ਼ਾ ਦੇ ਜ਼ਿਲ੍ਹਿਆਂ ਦੇ ਨਾਮ ਲਿਖੋ। ਬਠਿੰਡਾ, ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ, ਫਰੀਦਕੋਟ, ਮੋਗਾ, ਬਰਨਾਲਾ, ਲੁਧਿਆਣਾ, ਸੰਗਰੂਰ, ਪਟਿਆਲਾ। ਭਾਰਤ ਵਿੱਚ ਬੋਲੀਆਂ ਜਾਂਦੀਆਂ ਭਾਸ਼ਾਵਾਂ। ਭਾਰਤ ਵਿੱਚ ਕਿਹੜੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ? ਪੰਜਾਬੀ, ਹਿੰਦੀ, ਸੰਸਕ੍ਰਿਤ, ਕਸ਼ਮੀਰੀ, ਉਰਦੂ, ਤੇਲਗੂ, ਅਸਾਮੀ, ਮਲਿਆਲਮ, ਗੁਜਰਾਤੀ, ਤਾਮਿਲ, ਮਰਾਠੀ, ਕੰਨੜ, ਬੰਗਾਲੀ, ਉੜੀਆ, ਸਿੰਧੀ, ਨੇਪਾਲੀ, ਕੋਂਕਣੀ, ਮਣੀਪੁਰੀ, ਡੋਗਰੀ, ਬੋਡੋ, ਸੰਥਲੀ ਅਤੇ ਮੈਥਲੀ। ਪੰਜਾਬ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਕਿਉਂ ਅਪਣਾਇਆ ਗਿਆ ਹੈ? ਕਿ ਜਿਹੜੀ ਸਾਡੀ ਅੰਤਰਰਾਸ਼ਟਰੀ ਭਾਸ਼ਾ ਹੈ ਉਹ ਇੱਕ ਅੰਗਰੇਜ਼ੀ ਭਾਸ਼ਾ ਸਾਡੀ ਅੰਤਰਰਾਸ਼ਟਰੀ ਭਾਸ਼ਾ ਹੈ। ਇਹ ਦੂਸਰੇ ਦੇਸ਼ਾਂ ਦੇ ਲੋਕਾਂ ਨਾਲ ਸੰਬੰਧ ਕਾਇਮ ਕਰਨ ਨਾਲ ਗੱਲਬਾਤ ਕਰਨ ਦੇ ਵਿੱਚ ਸ਼ਾਮਿਲ ਹੁੰਦੀ ਹੈ। ਪੰਜਾਬ ਦੇ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਜਾ ਚੁੱਕੇ ਨੇ, ਇਸ ਕਰਕੇ ਪੰਜਾਬ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਅਪਣਾਇਆ ਗਿਆ ਹੈ। ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਦਰਜਾ ਕਿਉਂ ਦਿੱਤਾ ਗਿਆ ਹੈ? ਕਿ ਪੰਜਾਬ ਵਿੱਚ ਹਿੰਦੀ ਭਾਸ਼ਾ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਗਿਆ ਹੈ ਕਿਉਂਕਿ ਇਹ ਭਾਰਤ ਦੀ ਰਾਸ਼ਟਰੀ ਭਾਸ਼ਾ ਅਖਵਾਉਂਦੀ ਹੈ। ਹਿੰਦੀ ਭਾਸ਼ਾ ਭਾਰਤ ਦੀ ਏਕਤਾ ਵਿੱਚ ਏਕਤਾ ਦਾ ਸਬੂਤ ਹੈ। ਇਹ ਸਾਰੇ ਭਾਰਤੀਆਂ ਨੂੰ ਇੱਕ ਰਾਸ਼ਟਰੀ ਭਾਸ਼ਾ ਦੀ ਧਾਰਾ ਵਿੱਚ ਪਰਾਉਂਦੀ ਹੈ ਅਤੇ ਹਰੇਕ ਭਾਰਤੀ ਨੂੰ ਹਿੰਦੀ ਭਾਸ਼ਾ 'ਤੇ ਮਾਣ ਹੋਣਾ ਚਾਹੀਦਾ ਹੈ। ਇਹ ਸੀ ਸਾਡਾ ਲੈਂਗੁਏਜ ਬੁੱਕ ਦਾ ਫਸਟ ਚੈਪਟਰ, ਬੋਲੀ ਜਾਂ ਭਾਸ਼ਾ ਦੀ ਬੁੱਕ ਵਰਕ ਐਂਡ ਕੁਐਸਚਨ ਆਨਸਰ। ਓਕੇ, ਥੈਂਕ ਯੂ।